ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਦਾ ਦਾਸ ਤੁਹਾਡੇ ਲਈ ਪਰਮੇਸ਼ਰ ਦਾ ਵਚਨ ਲੈ ਕੇ ਆਇਆ ਹਾਂ ਅਤੇ ਇਹ ਵਚਨ ਤੁਹਾਡੀ ਜ਼ਿੰਦਗੀਆਂ ਵਿੱਚ 100 ਗੁਣਾ ਫਲ ਲੈ ਕੇ ਆਵੇ ਅਤੇ ਤੁਹਾਡੇ ਜੀਵਨਾਂ ਵਿੱਚ ਸਦਾ ਸਦਾ ਲਈ ਠਹਿਰ ਜਾਵੇ। ਪਰਮੇਸ਼ਰ ਹਮੇਸ਼ਾ ਆਪਣੇ ਵਚਨਾਂ ਦੁਆਰਾ ਕੰਮ ਕਰਦਾ, ਉਹ ਪ੍ਰਾਰਥਨਾਵਾਂ ਨੂੰ ਸੁਣਦਾ ਅਤੇ ਆਪਣੇ ਲੋਕਾਂ ਦੀ ਰੱਖਿਆ ਕਰਦਾ ਵਾ। ਹਾਲੇਲੂਇਆ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਆ, ਇਸ ਪ੍ਰਾਰਥਨਾ ਵਿੱਚ ਮੇਰੇ ਨਾਲ ਸ਼ਾਮਲ ਆ, ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ। ਇਹ ਵਚਨ ਤੁਹਾਡੇ ਜੀਵਨਾਂ ਵਿੱਚ 100 ਗੁਣਾ ਫਲ ਲੈ ਕੇ ਆਵੇ। ਹਾਲੇਲੂਇਆ। ਤੁਸੀਂ ਸਭ ਪਰਮੇਸ਼ਰ ਦੇ ਨਾਮ ਵਿੱਚ ਬਲੈਸ ਹੋਵੋ, ਆਸ਼ੀਸ਼ ਹੋਵੋ, ਚੰਗਿਆਈ ਤੁਹਾਡਾ ਹਿੱਸਾ ਹੋਵੇ। ਯਿਸੂ ਮਸੀਹ ਤੁਹਾਨੂੰ 100 ਗੁਣਾ ਬਲ ਬਰਕਤ ਦੇਵੇ। ਹਰ ਇੱਕ ਬਿਮਾਰੀਆਂ ਤੋਂ, ਲਾਚਾਰੀਆਂ ਤੋਂ ਪਰਮੇਸ਼ਰ ਮੈਂ ਤੁਹਾਨੂੰ ਬਚਾ ਕੇ ਰੱਖੇ। ਆਓ ਆਪਾਂ ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਸਭ ਜਣ ਆਪਣੇ ਹੱਥਾਂ ਨੂੰ ਉੱਪਰ ਕਰੋ, ਪਰਮੇਸ਼ਰ ਵੱਲ, ਸਵਰਗ ਵੱਲ ਚੱਕਦੇ ਹਾਂ ਅਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅਤੇ ਪ੍ਰਾਰਥਨਾ ਵਿੱਚ ਜਾਂਦੇ ਹਾਂ। ਹੇ ਸਵਰਗੀ ਪਿਤਾ ਪਰਮੇਸ਼ਰ, ਜੋ ਤੂੰ ਸਵਰਗ ਵਿੱਚ ਮਾਂ, ਤੇਰਾ ਨਾਂ ਪਾਕ ਤੇ ਪਵਿੱਤਰ ਮੰਨਿਆ ਜਾਵੇ, ਤੇਰਾ ਰਾਜ ਆਵੇ ਖੁਦਾਵੰਦ। ਜਿੱਦਾਂ ਤੇਰੀ ਮਰਜ਼ੀ ਸਵਰਗ ਵਿੱਚ ਪੂਰੀ ਹੁੰਦੀ ਹੈ, ਇਸ ਧਰਤੀ ਉੱਤੇ ਵੀ ਪੂਰੀ ਹੋਵੇ। ਸਾਡੇ ਅੱਜ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਪਿਤਾ, ਤਾਂ ਕਿ ਮੈਂ ਵੀ ਆਪਣੇ ਕਸੂਰਵਾਰਾਂ ਉਹਨਾਂ ਦੇ ਕਸੂਰ ਮਾਫ਼ ਕਰ ਸਕਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰੇ ਤੋਂ ਬਚਾ, ਤਾਂ ਕਿ ਰਾਜ, ਸ਼ਕਤੀ ਅਤੇ ਮਹਿਮਾ ਸਦਾ ਸਦਾ ਵਾਸਤੇ ਤੇਰੇ ਹੀ ਹਨ। ਇਨ ਜੀਸਸ ਨੇਮ, ਆਮੀਨ, ਆਮੀਨ, ਆਮੀਨ। ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਅਤੇ ਤੁਸੀਂ ਪਰਮੇਸ਼ਰ ਦੇ ਕੰਮਾਂ ਵਿੱਚ ਵੱਧਦੇ ਜਾਵੋ, ਉਹਦੇ ਵਚਨਾਂ ਵਿੱਚ ਵੱਧਦੇ ਜਾਵੋ ਅਤੇ ਪਰਮੇਸ਼ਰ ਦੇ ਲਈ 100 ਗੁਣਾ ਫਲ ਲੈ ਕੇ ਆਓ। ਆਮੀਨ। ਸਭ ਜਣ ਆਪਣੀ ਬਾਈਬਲ ਨੂੰ ਖੋਲ੍ਹੋ ਅਤੇ ਆਪਾਂ ਵਚਨ ਵਿੱਚ ਚੱਲਦੇ ਹਾਂ। ਭਜਨ ਸਹਾਇਤਾ ਚੱਲਦੇ ਹਾਂ। ਅੱਜ ਦਾ ਵਚਨ ਪਰਮੇਸ਼ਰ ਦਾ 127 127 ਪਰਮੇਸ਼ਰ ਦੀ ਭਲਾਈ ਲਈ ਮਹਿਮਾ। ਇਹ ਵਚਨ ਬਹੁਤ ਹੀ ਸੋਹਣਾ ਵਚਨ ਹੈ ਪਰਮੇਸ਼ਰ ਦਾ, ਅਤੇ ਪਰਮੇਸ਼ਰ ਆਪਣੇ ਵਚਨਾਂ ਦੇ ਅਨੁਸਾਰ ਕੰਮ ਕਰਦਾ ਵਾ, ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਵਾ ਅਤੇ ਉਹਨਾਂ ਦੇ ਕੰਮਾਂ ਨੂੰ ਉਹ ਪੂਰਾ ਕਰਦਾ ਵਾ। ਹਰੇਕ ਚੀਜ਼ ਵਿੱਚੋਂ ਸਾਨੂੰ ਬਰਕਤ ਦਿੰਦਾ ਵਾ। ਹਾਲੇਲੂਇਆ। ਸਾਰੇ ਜਣੇ ਇਸ ਵਚਨ ਨੂੰ ਧਿਆਨ ਨਾਲ ਸੁਣਨਾ ਅਤੇ ਇਸ ਵਚਨ ਦੇ ਅਨੁਸਾਰ ਆਪਣੇ ਜੀਵਨਾਂ ਵਿੱਚ ਇਸ ਵਚਨ ਨੂੰ ਰਿਸੀਵ ਕਰਨਾ ਅਤੇ ਇਸ ਵਚਨ ਦੇ ਦੁਆਰਾ ਚੱਲਣਾ, ਤਾਂ ਕਿ ਪਰਮੇਸ਼ਰ ਤੁਹਾਡੀ ਜ਼ਿੰਦਗੀਆਂ ਵਿੱਚ ਇਹ ਵਚਨ ਕੰਮ ਕਰੇ ਅਤੇ 100 ਗੁਣਾ ਫਲ ਲੈ ਕੇ ਆਵੇ। ਹਾਲੇਲੂਇਆ, ਆਮੀਨ, ਆਮੀਨ। ਪਰਮੇਸ਼ਵਰ ਦੀ ਭਲਾਈ ਲਈ ਮਹਿਮਾ। ਇਸ ਵਚਨ ਵਿੱਚ ਲਿਖਿਆ ਆ, ਜੇਕਰ ਪ੍ਰਭੂ ਘਰ ਨਾ ਬਣਾਵੇ ਤਾਂ ਮਜ਼ਦੂਰਾਂ ਨੂੰ ਉਸ ਨੂੰ ਬਣਾਉਣ ਦੀ ਮਿਹਨਤ ਵਿਅਰਥ ਆ। ਸੰਸਾਰ ਦੇ ਵਿੱਚ ਆਪਾਂ ਜਿੰਨੇ ਵੀ ਲੋਕ ਆਪਾਂ ਰਹਿ ਰਹੇ ਹਾਂ, ਜੋ ਮਨੁੱਖ ਆ, ਜੋ ਪਰਮੇਸ਼ਰ ਨੇ ਬਣਾਏ ਆ, ਇਸ ਧਰਤੀ ਦੇ ਉੱਤੇ ਆਪਾਂ ਰਹਿ ਰਹੇ ਹਾਂ, ਹਰੇਕ ਕੋਈ ਮਿਹਨਤ ਕਰਦਾ ਵਾ ਅਤੇ ਧਰਤੀ ਉੱਤੇ ਆਪਣੇ ਲਈ ਘਰ ਬਣਾਉਂਦਾ ਵਾ। ਹਾਲੇਲੂਇਆ। ਦੇਖੋ ਇਸ ਵਚਨ ਵਿੱਚ ਇਹੀ ਲਿਖਿਆ ਹੋਇਆ ਵਾ ਕਿ ਜੇਕਰ ਪ੍ਰਭੂ ਘਰ ਨਾ ਬਣਾਏ ਤਾਂ ਮਜ਼ਦੂਰਾਂ ਨੂੰ ਉਸ ਨੂੰ ਬਣਾਉਣ ਦੀ ਮਿਹਨਤ ਵਿਅਰਥ ਹੈ। ਜੋ ਸੰਸਾਰਿਕ ਤੌਰ 'ਤੇ ਜਿਹੜਾ ਅਸੀਂ ਇੱਥੇ ਰਹਿੰਦੇ ਹਾਂ, ਜੋ ਘਰ ਬਣਾਉਂਦੇ ਹਾਂ, ਉਹ ਵੀ ਇਨਸਾਨ ਵਿੱਚ ਇੰਨੀ ਸਾਮਰਥ ਨਹੀਂ ਗੀ ਕਿ ਉਹ ਆਪਣੇ ਘਰਾਂ ਨੂੰ ਆਪ ਬਣਾ ਸਕੇ। ਉਹ ਵੀ ਪਰਮੇਸ਼ਰ ਉਹਨਾਂ ਨੂੰ ਬਲ ਦਿੰਦਾ ਵਾ, ਤਾਕਤ ਦਿੰਦਾ ਵਾ, ਉਹ ਮਿਹਨਤ ਕਰਦੇ ਆ ਅਤੇ ਤਾਂ ਹੀ ਪਰਮੇਸ਼ਰ ਉਹਨਾਂ ਦੀ ਮਦਦ ਕਰਦਾ ਅਤੇ ਉਹ ਘਰ ਉਹੀ ਪਰਮੇਸ਼ਰ ਹੀ ਉਹਨਾਂ ਨੂੰ ਸੰਸਾਰ ਵਿੱਚ ਰਹਿਣ ਲਈ ਬਣਾ ਕੇ ਦਿੰਦਾ ਵਾ। ਹਾਲੇਲੂਇਆ। ਜੇਕਰ ਪਰਮੇਸ਼ਰ ਉਹਨਾਂ ਦਾ ਇਸ ਸੰਸਾਰ ਵਿੱਚ ਜੋ ਰਹਿੰਦੇ ਘਰ ਉਹ ਨਾ ਬਣਾਵੇ ਤਾਂ ਜਿਹੜੇ ਮਜ਼ਦੂਰ ਆ ਉਹਨਾਂ ਦੀ ਮਿਹਨਤ ਕਰਨਾ ਵਿਅਰਥ ਆ। ਹਾਲੇਲੂਇਆ। ਇਸ ਕਰਕੇ ਜਿੰਨੇ ਮੇਰੇ ਭੈਣ ਭਰਾ ਵਾ, ਸਭ ਜਣ ਪਰਮੇਸ਼ਰ ਦੇ ਵਚਨਾਂ ਨੂੰ ਧਿਆਨ ਨਾਲ ਸੁਣੋ ਅਤੇ ਉਸ ਦੀ ਪਾਲਣਾ ਕਰੋ, ਕਿਉਂਕਿ ਪਰਮੇਸ਼ਰ ਆਪਣੇ ਵਚਨਾਂ ਦੇ ਅਨੁਸਾਰ ਕੰਮ ਕਰਦਾ ਵਾ। ਉਹ ਪ੍ਰਾਰਥਨਾਵਾਂ ਨੂੰ ਸੁਣਦਾ ਵਾ। ਆਰਾਧਨਾ ਦੁਆਰਾ ਬੰਧਨ ਟੁੱਟ ਜਾਂਦੇ ਆ। ਹਾਲੇਲੂਇਆ। ਪਰਮੇਸ਼ਰ ਦੀ ਆਰਾਧਨਾ ਕਰੋ, ਉਸ ਦੀ ਮਹਿਮਾ ਕਰੋ, ਉਸ ਦੀ ਵਡਿਆਈ ਕਰੋ, ਉਸ ਦੇ ਵਚਨਾਂ ਦੇ ਅਨੁਸਾਰ ਪ੍ਰਾਰਥਨਾ ਕਰੋ, ਵਚਨਾਂ ਦੇ ਅਨੁਸਾਰ ਮੰਗੋ, ਤਾਂ ਪਰਮੇਸ਼ਰ ਤੁਹਾਡੀ ਜ਼ਰੂਰ ਸੁਣੂਗਾ। ਉਹ ਤੁਹਾਡੇ ਜੀਵਨਾਂ ਨੂੰ ਆਸ਼ੀਸ਼, ਬਰਕਤ, ਬਲੈਸਿੰਗਾਂ ਦਊਗਾ। ਇੰਨੀਆਂ ਬਲੈਸਿੰਗਾਂ ਤੁਸੀਂ ਜਾਣ ਨਹੀਂ ਸਕਦੇ ਕਿ ਤੁਹਾਡੇ ਜੀਵਨ ਵਿੱਚ ਕਿੰਨੀਆਂ ਬਲੈਸਿੰਗਾਂ ਰੱਬ ਰੱਖ ਕੇ ਬੈਠਾ, ਜਿਹੜੀਆਂ ਤੁਸੀਂ ਵਚਨਾਂ ਨੂੰ ਨਹੀਂ ਪੜ੍ਹਦੇ, ਖਾਲੀ ਪ੍ਰਾਰਥਨਾ ਹੀ ਕਰਦੇ ਆ, ਤਾਂ ਉਹ ਪ੍ਰਾਰਥਨਾ ਹੋ ਸਕਦਾ ਪਰਮੇਸ਼ਰ ਸੁਣ ਲਵੇ, ਹੁਣ ਸੁਣ ਲਵੇ ਜਾਂ ਬਾਅਦ ਵਿੱਚ ਸੁਣ ਲਵੇ। ਪਰ ਜੋ ਵਚਨਾਂ ਦੇ ਅਨੁਸਾਰ ਪ੍ਰਾਰਥਨਾ ਕੀਤੀ ਜਾਂਦੀ ਹੈ, ਪਰਮੇਸ਼ਰ ਦੇ ਵਚਨ ਦੱਸਦੇ ਹਨ, ਜ਼ਮੀਨ ਅਤੇ ਅਸਮਾਨ ਟਲ ਜਾਣਗੇ ਪਰ ਪਰਮੇਸ਼ਰ ਕਹਿੰਦਾ ਮੇਰੇ ਵਚਨ ਕਦੀ ਟਲਣਗੇ ਨਹੀਂ। ਹਾਲੇਲੂਇਆ।
ਜੇਕਰ ਪ੍ਰਭੂ ਘਰ ਨਾ ਬਣਾਏ ਤਾਂ ਮਜ਼ਦੂਰਾਂ ਨੂੰ ਬਣਾਉਣ ਦੀ ਮਿਹਨਤ ਵਿਅਰਥ ਆ। ਦੇਖੋ ਕਿੰਨਾ ਸੋਹਣਾ ਲਿਖਿਆ ਹੈ। ਜਿਹੜੇ ਪਰਮੇਸ਼ਰ ਦੇ ਵਿੱਚ ਆ ਉਹਨਾਂ ਨੂੰ ਪਤਾ ਆ ਕਿ ਕਿਹੜੀ ਮਿਹਨਤ ਦੀ ਗੱਲ ਹੋ ਰਹੀ ਆ ਤੇ ਕਿਸ ਬਾਰੇ ਹੋ ਰਹੀ ਆ, ਕਿਉਂਕਿ ਉਹਨਾਂ ਨੂੰ ਯਾਦ ਆ। ਇਸ ਵਚਨ ਦੇ ਵਿੱਚ ਪਰਮੇਸ਼ਰ ਨੇ ਦੱਸਿਆ ਹੋਇਆ ਵਾ ਕਿ ਜਿਹੜੀ ਮਿਹਨਤ ਕਰਨੀ ਆ ਉਹ ਪਰਮੇਸ਼ਰ ਵਿੱਚ ਫਲ ਦਿੰਦਾ ਆ। ਜੇ ਸਹੀ ਰੀਤੀ ਨਾਲ ਆਪਾਂ ਮਿਹਨਤ ਕਰਦੇ ਹਾਂ ਤਾਂ ਪਰਮੇਸ਼ਰ ਸਾਨੂੰ ਹਰੇਕ ਚੀਜ਼ ਦੀ ਬਰਕਤ ਦਿੰਦਾ ਵਾ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਵਿੱਚ ਵੱਧਦੇ ਜਾਵੋ, ਉਹਦੇ ਵਚਨਾਂ ਦੇ ਅਨੁਸਾਰ ਪ੍ਰਾਰਥਨਾ ਕਰੋ ਤਾਂ ਪਰਮੇਸ਼ਰ ਹਰੇਕ ਚੀਜ਼ ਦੀ ਮੁਹੱਈਆ ਕਰਦਾ ਵਾ। ਜਿੰਨੇ ਵੀ ਮੇਰੇ ਭੈਣ ਭਰਾ ਵਾ ਸਾਰੇ ਹੀ ਸੰਸਾਰ ਵਿੱਚ ਇਹ ਮੰਗਦੇ ਆ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਚੰਗਾ ਘਰ ਬਣਾ ਦਈਏ, ਆਪਣੇ ਬੱਚਿਆਂ ਦੇ ਲਈ ਧਨ ਦੌਲਤ ਇਕੱਠਾ ਕਰ ਦਈਏ ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਫਲ ਹੋਵੇ। ਇਸੇ ਤਰ੍ਹਾਂ ਹੀ ਪਰਮੇਸ਼ਰ ਵੀ ਮੰਗਦਾ ਵਾ ਜਿਹੜੇ ਮੇਰੇ ਬੱਚੇ ਆ ਉਹਨਾਂ ਦੇ ਲਈ ਮੈਂ ਧਰਤੀ ਉੱਤੇ ਉਹਨਾਂ ਨੂੰ ਰਹਿਣ ਦੇ ਲਈ ਇੱਕ ਚੰਗਾ ਘਰ ਬਣਾ ਕੇ ਦੇਵਾਂ, ਉਹਦੇ ਵਿੱਚ ਰਹਿਣ, ਉਹ ਪਰਮੇਸ਼ਰ ਦੀ ਮਹਿਮਾ ਕਰਨ ਅਤੇ ਉਸ ਦੀ ਵਡਿਆਈ ਕਰਨ। ਅਤੇ ਸੰਸਾਰਿਕ ਹੋ ਕੇ ਆਪਣੇ ਬੱਚਿਆਂ ਬਾਰੇ ਆਪਾਂ ਕਿੰਨਾ ਕੁਛ ਸੋਚਦੇ ਹਾਂ। ਇੱਕ ਪਿਤਾ ਪਰਮੇਸ਼ਰ ਜੋ ਧਰਤੀ ਤੇ ਆਕਾਸ਼ ਦਾ ਮਾਲਕ ਆ, ਉਸ ਕਿੰਨੀ ਦੁਨੀਆ ਦਾ, ਪੂਰੀ ਦੁਨੀਆ ਦਾ ਪਰਮੇਸ਼ਰ ਆ, ਉਹ ਸਭ ਲੋਕਾਂ ਦਾ ਖਿਆਲ ਰੱਖਦਾ ਕਿ ਕਿਸ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਹਾਲੇਲੂਇਆ। ਉਹ ਹਰੇਕ ਚੀਜ਼ ਦੇਣ ਦੀ ਸਾਮਰਥ ਰੱਖਦਾ ਵਾ। ਹਰੇਕ ਕੋਈ ਚਾਹੁੰਦਾ ਮੈਂ ਆਪਣੇ ਬੱਚਿਆਂ ਲਈ ਘਰ ਬਣਾਵਾਂ। ਦੇਖੋ ਕਿੰਨਾ ਸੋਹਣਾ ਲਿਖਿਆ। ਪਰ ਇੱਕ ਪਰਮੇਸ਼ਰ ਆ ਜੋ ਸਾਰਾ ਕੁਝ ਬਣਾ ਕੇ ਦਿੰਦਾ ਆ, ਆਪਣੇ ਇਨਸਾਨਾਂ ਦੀ ਮਿਹਨਤ ਵਿੱਚੋਂ ਬਰਕਤ ਪਾਉਂਦਾ ਵਾ, ਉਹਨਾਂ ਨੂੰ ਬਲੈਸ ਕਰਦਾ ਵਾ। ਵੈਸੇ ਤਾਂ ਬਹੁਤ ਰਿਚ ਲੋਕ ਆ ਦੁਨੀਆ ਦੇ ਵਿੱਚ, ਪਰ ਜੋ ਪਰਮੇਸ਼ਰ ਤੋਂ ਦੂਰ ਆ, ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਵੀ ਲਿਖਿਆ ਹੋਇਆ ਆ ਕਿ ਅਮੀਰ ਦਾ ਸਵਰਗ ਵਿੱਚ ਦਾਖਲ ਹੋਣਾ ਓਨਾ ਹੀ ਔਖਾ ਆ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਨਿਕਲ ਜਾਣਾ ਹਾਲੇ ਸੌਖਾ ਆ। ਹਾਲੇਲੂਇਆ। ਪਰ ਜਿਹੜੇ ਪਰਮੇਸ਼ਰ ਦੇ ਵਿੱਚ ਵੱਧਦੇ ਆ, ਪਰਮੇਸ਼ਰ ਨੂੰ ਯਾਦ ਕਰਦੇ, ਵਚਨਾਂ ਦੇ ਅਨੁਸਾਰ ਚੱਲਦੇ, ਪਰਮੇਸ਼ਰ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਕੰਮ ਕਰਦਾ, ਉਹਨਾਂ ਦੇ ਘਰ ਵੀ ਬਣਾਉਂਦਾ, ਉਹਨਾਂ ਨੂੰ ਬਰਕਤ ਵੀ ਦਿੰਦਾ, ਉਹਨਾਂ ਨੂੰ ਹਰੇਕ ਚੀਜ਼ ਦਾ ਮੁਹੱਈਆ ਕਰਕੇ ਦਿੰਦਾ ਵਾ। ਹਾਲੇਲੂਇਆ, ਆਮੀਨ, ਆਮੀਨ। ਇਹ ਵਚਨ ਅੱਗੇ ਧਿਆਨ ਨਾਲ ਸੁਣਨਾ। ਅਗਲੀ ਵਾਸਤੇ ਚੱਲਦੇ ਹਾਂ। ਜੇਕਰ ਪ੍ਰਭੂ ਸ਼ਹਿਰ ਦੀ ਰਖਵਾਲੀ ਨਾ ਕਰੇ ਤਾਂ ਚੌਕੀਦਾਰ ਦਾ ਜਾਗਣਾ ਵਿਅਰਥ ਆ। ਦੇਖੋ ਇਹਦੇ ਵਿੱਚ ਕਿੰਨਾ ਸੋਹਣਾ ਲਿਖਿਆ। ਜੇਕਰ ਪ੍ਰਭੂ ਆ ਜਿਹੜਾ ਉਹ ਸ਼ਹਿਰ ਦੀ ਰਖਵਾਲੀ ਨਾ ਕਰੇ ਤੇ ਜਿਹੜਾ ਚੌਕੀਦਾਰ ਹੁੰਦਾ ਉਹ ਜਿਹੜਾ ਸ਼ਹਿਰ ਦੀ ਰਖਵਾਲੀ ਕਰਦਾ ਤੇ ਕਿੰਨਾ ਉਹਦੇ ਲਈ ਜਿਹੜਾ ਜਾਗਣਾ ਉਹ ਵਿਅਰਥ ਆ। ਇਸੇ ਤਰ੍ਹਾਂ ਪਰਮੇਸ਼ਰ ਨੇ ਇੱਕ ਜਿਹੜੀ ਧਰਤੀ ਆ ਉਹਦੇ ਲਈ ਇੱਕ ਇਹ ਸ਼ਹਿਰ ਹੀ ਆ। ਇਹ ਦੁਨੀਆ ਜਿਹੜੀ ਆਪਾਂ ਸੰਸਾਰਿਕ ਤੌਰ ਤੇ ਇਹਦੇ ਵਿੱਚ ਆਪਾਂ ਰਹਿੰਦੇ ਹਾਂ, ਇਹ ਇਨਸਾਨ ਦੀ ਨਹੀਂ ਅਸਲੀ, ਕਿਉਂਕਿ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਜਦੋਂ ਬਣਾਇਆ ਸੀ ਉਸ ਨੂੰ ਅਦਨ ਦੇ ਬਾਗ ਦੇ ਵਿੱਚ ਰੱਖਿਆ ਸੀ। ਪਰ ਪਾਪ ਦੇ ਕਾਰਨ ਆਦਮ ਤੇ ਹਵਾ ਧਰਤੀ ਤੇ ਡਿੱਗੇ ਤੇ ਪਾਪ ਵਿੱਚ ਗਏ ਤੇ ਜੇ ਉਹ ਧਰਤੀ ਉੱਤੇ ਆਏ, ਹਾਲੇਲੂਇਆ, ਪਰਮੇਸ਼ਰ ਨੇ ਸ਼ਰਾਪ ਦਿੱਤਾ, ਉਸ ਦੇ ਕਾਰਨ ਹੀ ਉਹ ਧਰਤੀ ਉੱਤੇ ਆਏ। ਹਾਲੇਲੂਇਆ। ਉਹਨਾਂ ਨੇ ਪਾਪ ਕੀਤਾ, ਉਸੇ ਤੋਂ ਗਾਂ ਜਿਹੜੀ ਇਹ ਪੈਦਾਵਾਰ ਦੁਨੀਆ ਹੋਈ ਹੈ। ਹਾਲੇਲੂਇਆ। ਤੇ ਇਹ ਧਰਤੀ ਦੇ ਉੱਤੇ ਵੀ ਪਰਮੇਸ਼ਰ ਨੇ ਫਿਰ ਵੀ ਕਿੰਨਾ ਪਿਆਰ ਕੀਤਾ, ਬਰਕਤ ਦਿੱਤੀ, ਇਨਸਾਨ ਨੂੰ ਬਲੈਸ ਕੀਤਾ। ਤੇ ਸਾਰੀ ਹੀ ਦੁਨੀਆ ਦਾ ਉਹ ਰਖਵਾਲਾ ਆ ਜਿਸ ਨੇ ਆਕਾਸ਼ ਬਣਾਇਆ, ਧਰਤੀ ਬਣਾਈ, ਸਭ ਕੁਝ ਬਣਾਇਆ ਆਪਣੇ ਸ਼ਬਦਾਂ ਦੁਆਰਾ, ਹਰੇਕ ਚੀਜ਼ ਨੂੰ ਰਚਿਆ। ਤੇ ਸਭ ਤੋਂ ਜ਼ਿਆਦਾ ਉੱਤਮ ਉਹਨੇ ਮਨੁੱਖ ਨੂੰ ਬਣਾਇਆ, ਆਦਮ ਨੂੰ, ਜਿਸ ਨੂੰ ਉਸਨੇ ਆਪਣੇ ਸਵਰੂਪ ਤੇ ਬਣਾਇਆ। ਇੰਨਾ ਪਿਆਰ ਕੀਤਾ, ਉਸ ਨੂੰ ਮਿੱਟੀ ਤੋਂ ਬਣਾਇਆ ਤੇ ਆਪਣਾ ਸਾਹ ਉਸ ਦੀਆਂ ਨਾਸਾਂ ਦੇ ਵਿੱਚ, ਨਥਨਾਂ ਦੇ ਵਿੱਚ ਦੀ ਫੂਕਿਆ ਅਤੇ ਇਹ ਜੀਵਨ ਬਖਸ਼ਿਆ। ਉਸ ਦੀ ਹੀ ਪਸਲੀ ਦੇ ਵਿੱਚੋਂ ਔਰਤ ਨੂੰ ਬਣਾਇਆ, ਹਵਾ ਨੂੰ, ਜੋ ਉਸ ਦੀ ਜੀਵਨ ਸਾਥੀ ਬਣਾਈ ਗਈ। ਹਾਲੇਲੂਇਆ। ਇਸ ਵਚਨ ਵਿੱਚ ਲਿਖਿਆ, ਜੇਕਰ ਪ੍ਰਭੂ ਸ਼ਹਿਰ ਦੀ ਰਖਵਾਲੀ ਨਾ ਕਰੇ ਤਾਂ ਚੌਕੀਦਾਰ ਦਾ ਜਾਗਣਾ ਵਿਅਰਥ ਹੈ। ਦੇਖੋ ਕਿੰਨਾ ਸੋਹਣਾ ਪਰਮੇਸ਼ਰ ਨੇ ਵਿੱਚ ਵਚਨ ਦੇ ਵਿੱਚ ਦੱਸਿਆ ਵਾ, ਲਿਖਿਆ ਹੋਇਆ ਆ ਕਿ ਪਰਮੇਸ਼ਰ ਹੀ ਸਾਰੀ ਦੁਨੀਆ ਦੀ ਰੱਖਿਆ ਕਰਦਾ। ਜਿਸ ਤਰ੍ਹਾਂ ਕਿ ਹੁਣ ਮੈਂ ਬਾਰਡਰਾਂ ਦੇ ਉੱਤੇ ਲਾ ਲਓ ਜਿਹੜੇ ਫੌਜੀ ਤੈਨਾਤ ਆ, ਅਮਰੀਕਾ ਦੇ ਲਾ ਲਓ, ਪੂਰੀ ਦੁਨੀਆ ਦੇ ਲਾ ਲਓ, ਇੰਡੀਆ, ਕਿੰਨੀਆਂ ਵੀ ਜਿਹੜੀਆਂ ਕੰਟਰੀਆਂ, ਜਿਹੜੇ ਫੌਜੀ ਤੈਨਾਤ ਆ ਬਾਰਡਰਾਂ ਉੱਤੇ ਬੈਠ ਕੇ ਉਹ ਰੱਖਿਆ ਕਰ ਰਹੇ, ਖੜੇ ਹੋ ਕੇ ਦਿਨ ਰਾਤ, ਉਹ ਪਰਮੇਸ਼ਵਰ ਦੇ ਠਹਿਰਾਏ ਹੋਏ ਆ, ਉਹਨਾਂ ਦੀਆਂ ਹੱਦਾਂ ਤੱਕ ਉਹਨਾਂ ਨੂੰ ਖੜੇ ਕੀਤਾ ਹੋਇਆ ਆ। ਜੇਕਰ ਪਰਮੇਸ਼ਵਰ ਉਹਨਾਂ ਨੂੰ ਨਾ ਖੜਾ ਕਰੇ ਤਾਂ ਸੰਸਾਰ, ਇਹ ਦੁਨੀਆ ਸੇਮ ਨਾ ਰਵੇ। ਹਾਲੇਲੂਇਆ। ਉਹਨਾਂ ਨੂੰ ਠਹਿਰਾਇਆ ਹੋਇਆ ਪਰਮੇਸ਼ਰ, ਉਹਨਾਂ ਦੇ ਦੁਆਰਾ ਰੱਖਿਆ ਕਰਦਾ ਇੱਕ ਦੂਜੇ ਦੇ ਦੇਸ਼ਾਂ ਦੀ, ਹੈ ਨਾ। ਇਹ ਵਚਨ ਵਿੱਚ ਕਿੰਨਾ ਸੋਹਣਾ ਲਿਖਿਆ ਆ। ਉਹ ਪਰਮੇਸ਼ਰ ਹੀ ਰੱਖਿਆ ਕਰਦਾ ਸਾਰੀ ਦੁਨੀਆ ਦੀ। ਉਹੀ ਸਾਰਿਆਂ ਦਾ ਰਾਜ ਆ, ਉਹੀ ਸਾਰਿਆਂ ਦਾ ਪਿਤਾ, ਉਹੀ ਪਰਮੇਸ਼ਵਰ ਆ। ਉਹਦੇ ਅੰਦਰ ਸਭ ਕੁਛ ਆ, ਉਹਦੇ ਸਭ ਕੁਛ ਅਧੀਨ ਆ। ਹਾਲੇਲੂਇਆ। ਫਿਰ ਅਗਲੇ ਵਰਸ ਵਿੱਚ ਲਿਖਿਆ ਵਾ, ਰੋਟੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨਾ ਵਿਅਰਥ ਆ, ਕਿਉਂਕਿ ਪ੍ਰਭੂ ਆਪਣੇ ਪਿਆਰ ਕਰਨ ਵਾਲਿਆਂ ਨੂੰ ਆਰਾਮ ਦਿੰਦਾ ਆ।
ਇਹ ਕਿੰਨੀ ਸੋਹਣੀ ਵਰਸ ਲਿਖੀ ਹੈ। ਇਹਦੇ ਵਿੱਚ ਮੈਂ ਤੁਹਾਡੇ ਨਾਲ ਆਪਣੀ ਗਵਾਹੀ ਵੀ ਸਾਂਝੀ ਕਰਾਂਗਾ। ਇਸ ਵਚਨ ਦੇ ਵਿੱਚ ਪਰਮੇਸ਼ਰ ਨੇ ਕਿਹਾ, ਰੋਟੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨਾ ਵਿਅਰਥ ਹੈ। ਕਈ ਲੋਕੀ ਆ ਉਹ ਦਿਨ ਰਾਤ ਮਿਹਨਤ ਕਰੀ ਜਾਂਦੇ ਆ, ਕਈ ਸਵੇਰ ਨੂੰ ਵੀ ਕੰਮ 'ਤੇ ਜਾਂਦੇ ਆ, ਥੋੜ੍ਹੇ 2-4 ਘੰਟੇ ਰੁਕ ਕੇ ਫਿਰ ਸ਼ਿਫਟ ਲਾਉਣ ਜਾਂਦੇ ਆ, ਫਿਰ ਕਈ ਸਵੇਰ ਨੂੰ ਆ ਕੇ ਸ਼ਾਮ ਨੂੰ, ਫਿਰ ਕਈ ਰਾਤ ਦੀ ਲਾਉਣ ਜਾਂਦੇ ਆ ਹੋਰ ਪੈਸੇ ਵਾਸਤੇ। ਪਰ ਪਰਮੇਸ਼ਰ ਨੇ ਇਸ ਵਚਨ ਵਿੱਚ ਲਿਖਿਆ ਹੋਇਆ ਵਾ ਕਿ ਰੋਟੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨਾ ਵਿਅਰਥ ਆ। ਇਨਸਾਨ ਵਾਸਤੇ ਪਰਮੇਸ਼ਰ ਨੇ ਦੱਸਿਆ ਕਿ ਆਪਣੇ ਆਪ ਨੂੰ ਇੰਨੀ ਤਕਲੀਫ ਦੇਣ ਦੀ ਲੋੜ ਨਹੀਂ। ਜੇ ਤੂੰ ਰੋਟੀ ਹੀ ਖਾਣ ਲਈ ਇੰਨੀ ਮਿਹਨਤ ਕਰਦਾ ਤਾਂ ਰੋਟੀ ਖਾਣ ਲਈ ਥੋੜ੍ਹੀ ਮਿਹਨਤ ਵੀ ਕਰੇਗਾ ਤਾਂ ਪਰਮੇਸ਼ਰ ਉਹਦੇ ਵਿੱਚ ਬਰਕਤ ਪਾਊਗਾ। ਹਾਲੇਲੂਇਆ। ਪਰ ਇਨਸਾਨ ਜੋ ਸੰਸਾਰ ਦੇ ਵਿੱਚ ਆ, ਇਹ ਲੋਭ ਦੇ ਵਿੱਚ, ਮਾਇਆ ਦੇ ਵਿੱਚ, ਪੈਸਿਆਂ ਦੇ ਪਿੱਛੇ ਭੱਜ ਰਿਹਾ ਵਾ ਅਤੇ ਸਿਰਫ ਰੋਟੀ ਹੀ ਖਾਣ ਦੇ ਵਾਸਤੇ, ਫੂਡ ਖਾਣ ਦੇ ਵਾਸਤੇ ਹੀ ਨਹੀਂ, ਉਹ ਹੋਰ ਚੀਜ਼ਾਂ ਦੀਆਂ ਲਾਲਸਾਂ ਦੇ ਮਗਰ, ਬਿਜ਼ਨਸ, ਘਰ ਬਾਹਰ ਜੋ ਸੰਸਾਰ ਦੇ ਵਿੱਚ ਆ, ਇਹ ਸੰਸਾਰਕ ਚੀਜ਼ਾਂ ਸੰਸਾਰ ਵਿੱਚ ਹੀ ਰਹਿ ਜਾਣੀਆਂ ਵਾ। ਕਿਸੇ ਨੇ ਇਸ ਨੂੰ ਨਾਲ ਨਹੀਂ ਲੈ ਕੇ ਜਾਣਾ। ਇੱਕ ਸਿਰਫ ਜਾਣਾ ਤਾਂ ਪਰਮੇਸ਼ਰ ਦੇ ਵਿੱਚ ਚੰਗੇ ਕੀਤੇ ਕੰਮ, ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਬਤੀਤ ਕੀਤਾ ਜੀਵਨ, ਇਹੀ ਪਰਮੇਸ਼ਰ ਦੇ ਨਾਲ ਉੱਥੇ ਜਾਣਾ ਆ। ਫਿਰ ਉਹਦੇ ਹੀ ਹਿਸਾਬ ਦੇ ਨਾਲ ਹਰੇਕ ਮਨੁੱਖ ਦਾ ਨਿਆਂ ਹੋਣਾ ਆ। ਕਿਸ ਨੇ ਸੰਸਾਰ ਵਿੱਚ ਕੀ ਕੀਤਾ? ਜਿਸ ਨੇ ਪਰਮੇਸ਼ਰ ਯਿਸੂ ਮਸੀਹ ਦੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ, ਉਸ ਦੇ ਹੁਕਮਾਂ ਨੂੰ ਮੰਨਿਆ, ਬਚਨ ਪੜ੍ਹੇ, ਉਸ ਦਾ ਸ਼ੁਭ ਸਮਾਚਾਰ ਸੁਣਾਇਆ, ਲੋਕਾਂ ਵਿੱਚ ਉਸਦੀ ਮਹਿਮਾ ਕੀਤੀ। ਜਿੰਨੇ ਵੀ ਹਰੇਕ ਇਨਸਾਨ ਨੂੰ ਪਰਮੇਸ਼ਰ ਨੇ ਵੱਖਰਾ ਵੱਖਰਾ ਕੰਮ ਦਿੱਤਾ ਹੋਇਆ ਸੰਸਾਰ ਵਿੱਚ। ਕਿਸੇ ਨੂੰ ਪ੍ਰਚਾਰ ਕਰਨਾ, ਕੋਈ ਸੇਵਾ ਕਰਦਾ, ਕੋਈ ਵਰਸ਼ਿਪ ਕਰਦਾ, ਕੋਈ ਅਰਾਧਨਾ, ਕੋਈ ਪ੍ਰਚਾਰ ਕਰਦਾ, ਕੋਈ ਪ੍ਰੋਫੈਸਾਈ ਕਰਦਾ। ਹਾਲੇਲੂਇਆ। ਹਰੇਕ ਇਨਸਾਨ ਨੂੰ ਪਰਮੇਸ਼ਰ ਨੇ ਵੱਖਰਾ ਵੱਖਰਾ ਕੰਮ ਦਿੱਤਾ ਹੋਇਆ ਵਾ। ਇਸੇ ਲਈ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ, ਕੋਈ 30 ਗੁਣਾ, ਕੋਈ 60 ਗੁਣਾ, ਕੋਈ 100 ਗੁਣਾ ਪਰਮੇਸ਼ਰ ਦੇ ਵਿੱਚ ਫਲ ਲੈ ਕੇ ਆਉਂਦੇ ਆ, ਜੋ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਆ। ਥੈਂਕ ਯੂ ਜੀਸਸ। ਇਸ ਵਚਨ ਦੇ ਸੁਣੇ ਤੇ ਜਾਣ ਤੇ ਪਰਮੇਸ਼ਰ ਤੁਹਾਡੇ ਜੀਵਨਾਂ ਵਿੱਚ 100 ਗੁਣਾ ਤੁਹਾਡੀ ਆਸ਼ੀਸ਼ ਤੇ ਬਰਕਤ ਦੇਵੇ। ਆਮੀਨ। ਰੋਟੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨਾ ਵਿਅਰਥ ਹੈ, ਕਿਉਂਕਿ ਪ੍ਰਭੂ ਆਪਣੇ ਪਿਆਰ ਕਰਨ ਵਾਲਿਆਂ ਨੂੰ ਕੀ ਦਿੰਦਾ ਵਾ? ਆਰਾਮ ਦਿੰਦਾ। ਜਿਹੜੇ ਪ੍ਰਭੂ ਤੇ ਵਿਸ਼ਵਾਸ ਰੱਖਦੇ ਆ, ਉਹਨਾਂ ਨੂੰ ਪਤਾ ਆ, ਉਹ ਸਵੇਰ ਨੂੰ ਕੰਮ ਤੇ ਜਾਂਦੇ ਆ, ਉਹਨਾਂ ਨੇ ਆ ਕੇ ਆਪਣੇ ਪਰਿਵਾਰ ਵਿੱਚ ਵੀ ਰਹਿਣਾ ਵਾ ਤੇ ਪਰਮੇਸ਼ਰ ਦੀ ਪ੍ਰਾਰਥਨਾ ਅੱਗੇ ਵੀ ਜਾਣਾ, ਪਰਮੇਸ਼ਰ ਦੀ ਮਹਿਮਾ ਕਰਨੀ ਆ, ਉਸ ਦੀ ਵਡਿਆਈ ਕਰਨੀ, ਉਸ ਦੀ ਉਸਤਤ ਵੀ ਕਰਨੀ ਆ। ਕਿਉਂਕਿ ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲਣਾ, ਜੀਵਨ ਬਤੀਤ ਕਰਨਾ ਫਿਰ ਸੁੱਖਾਂ ਵਿੱਚ ਆ। ਜੇ ਤੁਸੀਂ ਸੁੱਖਾਂ ਦੇ ਵਿੱਚ ਜੀਵਨ ਜੀਣਾ ਤਾਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਤੁਹਾਨੂੰ ਜੀਣਾ ਪਊਗਾ। ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਜੇ ਦੁੱਖ ਵੀ ਆਵੇ ਤਾਂ ਉਹ ਸੁੱਖ ਵਿੱਚ ਪਰਮੇਸ਼ਰ ਉਹਨੂੰ ਬਦਲ ਦਿੰਦਾ ਵਾ। ਦੁੱਖਾਂ 'ਚੋਂ ਕੱਢ ਕੇ ਖੁਸ਼ੀਆਂ, ਆਸ਼ੀਸ਼, ਬਰਕਤਾਂ ਦਿੰਦਾ, ਜਿਸ ਤਰ੍ਹਾਂ ਉਹਨੇ ਸਾਨੂੰ ਦਿੱਤੀਆਂ ਆ। ਦੁੱਖਾਂ ਦੇ ਵਿੱਚੋਂ ਕੱਢ ਕੇ, ਬਿਮਾਰੀਆਂ 'ਚੋਂ ਕੱਢ ਕੇ ਸਾਨੂੰ ਨਵਾਂ ਜੀਵਨ ਬਖਸ਼ਿਆ, ਨਵੇਂ ਸਾਹ ਦਿੱਤੇ, ਨਵੀਂ ਸ੍ਰਿਸ਼ਟੀ 'ਚ ਸਾਨੂੰ ਉਹਨੇ ਪ੍ਰਵੇਸ਼ ਕੀਤਾ। ਅਸੀਂ ਹੁਣ ਨਵੀਂ ਰੌਸ਼ਨੀ ਆ, ਨਵਾਂ ਉਜਾਲਾ ਆ। ਮੈਂ, ਮੇਰੀ ਵਾਈਫ, ਮੇਰੇ ਬੱਚੇ, ਅਸੀਂ ਜਿੱਤ ਚੁੱਕੇ ਹਾਂ, ਅਸੀਂ ਆਨੰਦਿਤ ਹਾਂ, ਅਸੀਂ ਖੁਸ਼ ਹਾਂ। ਆਪਣੇ ਪਰਿਵਾਰ ਵਿੱਚ, ਆਪਣੇ ਘਰ ਵਿੱਚ ਅਸੀਂ ਪਰਮੇਸ਼ਰ ਦੀ ਮਹਿਮਾ ਕਰਦੇ ਹਾਂ, ਵਡਿਆਈ ਕਰਦੇ ਹਾਂ। ਅਤੇ ਮੈਂ ਵਿਸ਼ਵਾਸ ਕਰਦਾ ਤੁਸੀਂ ਵੀ ਆਪਣੇ ਘਰ ਵਿੱਚ ਖੁਸ਼ ਹੋਵੋਗੇ, ਪਰਮੇਸ਼ਰ ਦੀ ਆਰਾਧਨਾ ਕਰੋਗੇ, ਉਹਦੀ ਮਹਿਮਾ ਕਰੋਗੇ, ਉਹਦੀ ਵਡਿਆਈ ਕਰੋਗੇ, ਆਪਣੇ ਪਰਿਵਾਰ ਵਿੱਚ, ਆਪਣੇ ਬੱਚਿਆਂ ਵਿੱਚ ਖੁਸ਼ ਹੋਵੋਗੇ। ਹਾਲੇਲੂਇਆ। ਵਿਸ਼ਵਾਸ ਰੱਖਣਾ, ਪਰਮੇਸ਼ਰ 'ਤੇ ਪੱਕਾ ਭਰੋਸਾ ਰੱਖਣਾ। ਪਰਮੇਸ਼ਰ ਕਹਿੰਦਾ, ਜਿਹਦਾ ਮੈਂ ਹੱਥ ਫੜ ਲੈਂਦਾ ਉਹਨੂੰ ਦੁਨੀਆ ਦੇ ਆਖਰੀ ਤੱਕ, ਆਮ ਤੱਕ ਕਦੀ ਤਿਆਗਦਾ ਨਹੀਂ। ਵਿਸ਼ਵਾਸ ਰੱਖਣਾ, ਵਚਨਾਂ ਦੇ ਅਨੁਸਾਰ ਚੱਲਣਾ, ਪਰਮੇਸ਼ਰ ਤੁਹਾਡੀ ਜ਼ਿੰਦਗੀਆਂ ਵਿੱਚ ਬਰਕਤ ਦਊਗਾ, ਬਲੈਸ ਕਰੂਗਾ। ਹਰ ਇੱਕ ਦੁੱਖ ਤਕਲੀਫ ਤੋਂ, ਹਰ ਇੱਕ ਬਿਮਾਰੀਆਂ ਤੋਂ ਤੁਹਾਨੂੰ ਪਾਰ ਲੰਘਾਊਗਾ। ਹਾਲੇਲੂਇਆ। ਜਿਹੜੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦੇ, ਉਹਨਾਂ ਨੂੰ ਪਤਾ ਉਹ ਥੋੜ੍ਹੀ ਮਿਹਨਤ ਕਰਦੇ ਤਾਂ ਪਰਮੇਸ਼ਰ ਉਹਨਾਂ ਵਿੱਚ ਬਰਕਤ ਪਾਉਂਦਾ। ਉਹ ਪਰਮੇਸ਼ਰ ਦਾ 10ਵਾਂ ਹਿੱਸਾ ਵੀ ਕੱਢਦੇ ਆ। ਦੇਖੋ ਉਹ ਕਿੰਨੇ ਬਲੈਸ ਇਨਸਾਨ ਆ, ਕਿੰਨੀ ਉਹਨਾਂ ਦੇ ਉੱਤੇ ਦਇਆ ਆ, ਪਰਮੇਸ਼ਰ ਦੀ ਕਿੰਨੀ ਸ਼ਾਂਤੀ ਆ। ਉਹ ਪਰਮੇਸ਼ਰ ਦਾ 10ਵਾਂ ਹਿੱਸਾ ਕੱਢਦੇ ਆ। ਜਦੋਂ ਪਰਮੇਸ਼ਰ ਤੁਸੀਂ ਦਸਵੰਧ ਕੱਢਦੇ ਆ, ਚਰਚ ਵਿੱਚ ਪਾਉਂਦੇ ਆ, ਪਰਮੇਸ਼ਰ ਦੇ ਕੰਮਾਂ ਨੂੰ ਦਿੰਦੇ ਆ, ਅਤੇ ਪਰਮੇਸ਼ਰ ਤੁਹਾਡੀ ਕਮਾਈ ਵਿੱਚ ਬਰਕਤ ਦਿੰਦਾ ਆ, ਉਹ ਬਲੈਸ ਕਰਦਾ ਆ। ਤੁਸੀਂ ਫਿਰ ਇਕੱਲੀ ਫੂਡ ਹੀ ਨਹੀਂ, ਤੁਸੀਂ ਹਰੇਕ ਚੀਜ਼ ਵਿੱਚ ਬਰਕਤ ਪਾਓਗੇ। ਤੁਹਾਨੂੰ ਘਰ ਵੀ ਪਰਮੇਸ਼ਰ ਬਣਾ ਕੇ ਦੇਊਗਾ, ਤੁਹਾਡੇ ਬੱਚਿਆਂ ਨੂੰ ਬਲੈਸ ਕਰੂਗਾ, ਉਹਨਾਂ ਦੇ ਕੰਮ ਕਾਰਾਂ ਨੂੰ, ਬਿਜ਼ਨਸ ਨੂੰ ਤੁਹਾਡੇ ਬਲੈਸ ਕਰੂਗਾ। ਇਹੋ ਜਿਹੀ ਬਲੈਸਿੰਗ ਤੁਹਾਡੇ 'ਤੇ ਆਊਗੀ, ਲੋਕ ਤੁਹਾਡੇ ਵੱਲ ਦੇਖਣ ਕੇ ਹੈਰਾਨ ਹੋਣਗੇ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਆਪਣੀ ਗਵਾਹੀ ਵੀ ਸਾਂਝੀ ਕਰਾਂਗਾ ਕਿ ਕਿਉਂਕਿ ਪ੍ਰਭੂ ਆਪਣੇ ਅਗਲੀ ਵਰਸ ਵਿੱਚ ਚੱਲਦੇ ਹਾਂ, ਕਿਉਂਕਿ ਪ੍ਰਭੂ ਆਪਣੇ ਪਿਆਰ ਕਰਨ ਵਾਲਿਆਂ ਨੂੰ ਆਰਾਮ ਦਿੰਦਾ ਵਾ।
ਜਿਹੜੇ ਪ੍ਰਭੂ ਦੇ ਉੱਤੇ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਪ੍ਰਭੂ ਕੀ ਦਿੰਦਾ? ਆਰਾਮ ਦਿੰਦਾ। ਉਹਨਾਂ ਨੂੰ ਫਿਰ ਦਿਨ ਰਾਤ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ। ਉਹ ਪਰਮੇਸ਼ਰ 'ਤੇ ਪੱਕਾ ਭਰੋਸਾ ਰੱਖਦੇ ਹਨ। ਉਹ ਕੰਮ ਵੀ ਕਰਦੇ ਹਨ ਸੰਸਾਰ ਵਿੱਚ, ਉਹ ਪਰਮੇਸ਼ਰ ਦੀ ਮਹਿਮਾ ਵੀ ਕਰਦੇ, ਉਹਦੇ ਵਚਨਾਂ ਅਨੁਸਾਰ ਚੱਲਦੇ, ਸ਼ੁਭ ਸਮਾਚਾਰ ਸੁਣਾਉਂਦੇ, ਉਹਦੀ ਵਡਿਆਈ ਕਰਦੇ, ਲੋਕਾਂ ਵਿੱਚ ਸ਼ੁਭ ਸਮਾਚਾਰ ਦੱਸਦੇ ਤਾਂ ਕਿ ਉਹ ਬਚ ਸਕਣ। ਹਰੇਕ ਰੂਹ ਜਿਹੜੀ ਉਹ ਬਚ ਸਕੇ ਪਰਮੇਸ਼ਰ ਦੇ ਵਿੱਚ ਅਤੇ ਉਹ ਸਵਰਗ ਵਿੱਚ ਜਾ ਸਕੇ। ਕਿਉਂਕਿ ਇਹ ਸੰਸਾਰ ਵਿੱਚ ਜੋ ਜੀਵਨ ਹੈ ਇੱਕ ਵੱਖਰਾ ਜੀਵਨ ਆ, ਪਰ ਇੱਕ ਸਵਰਗ ਅਤੇ ਨਰਕ ਦਾ ਜਿਹੜਾ ਜੀਵਨ ਆ ਉਹ ਵੱਖਰਾ ਆ। ਸੱਚਮੁੱਚ ਸਵਰਗ ਅਤੇ ਨਰਕ ਆ ਉਹ ਪਰਮੇਸ਼ਰ ਨੇ ਜੋ ਬਣਾਇਆ ਹੋਇਆ ਹੈ। ਨਰਕ ਦੇ ਵਿੱਚ ਇਹੋ ਜਿਹੀ ਗੰਧਕ ਵਾਲੀ, ਇਹੋ ਜਿਹੀ ਆਗਿਆ ਜੋ ਹਮੇਸ਼ਾ ਬਲਦੀ ਰਹਿੰਦੀ ਆ, ਉੱਥੇ ਮੁਕਤੀ ਨਹੀਂ। ਸਵਰਗ ਵਿੱਚ ਜਾਓਗੇ, ਯਿਸੂ ਮਸੀਹ ਦੇ ਦੁਆਰਾ ਹੀ ਸਵਰਗ ਵਿੱਚ ਬੰਦਾ ਜਾ ਸਕਦਾ ਵਾ। ਉਹੀ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਵਚਨ ਦੇ ਦੁਆਰਾ ਉਹ ਲੈ ਕੇ ਆਇਆ। ਉਸਨੇ ਦੱਸਿਆ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ, ਸਲੀਬ ਉੱਤੇ ਚੜ੍ਹੇ, ਆਪਣੇ ਹੱਥਾਂ ਪੈਰਾਂ ਵਿੱਚ ਖਿਲ ਠੁਕਵਾਏ, ਸਿਰ 'ਤੇ ਕੰਡਿਆਂ ਦਾ ਤਾਜ ਪਹਿਨਾਇਆ, ਕੋੜੇ ਖਾਧੇ, ਇੰਨੀਆਂ ਦੁੱਖ ਤਕਲੀਫਾਂ ਸਾਡੇ ਲਈ ਚੱਲੀਆਂ ਅਤੇ ਸਾਨੂੰ ਆਨੰਦ ਦਾ ਜੀਵਨ ਬਖਸ਼ਿਆ ਅਤੇ ਸਵਰਗ ਦੇ ਰਾਜ ਦੇ ਲਈ ਸਾਡਾ ਬੂਹਾ ਖੋਲ੍ਹ ਦਿੱਤਾ। ਹਾਲੇਲੂਇਆ। ਤਾਂ ਕਿ ਅਸੀਂ ਅਨੰਤ ਕਾਲ ਤੱਕ ਪਰਮੇਸ਼ਰ ਦੇ ਸਾਥ, ਜਦੋਂ ਤੱਕ ਪਰਮੇਸ਼ਰ, ਹਮੇਸ਼ਾ ਤੱਕ ਪਰਮੇਸ਼ਰ ਹੈ, ਤਾਂ ਉਸ ਦੇ ਨਾਲ ਸਵਰਗ ਵਿੱਚ ਰਹਿ ਸਕੀਏ। ਹਾਲੇਲੂਇਆ। ਇਸ ਲਈ ਪਰਮੇਸ਼ਰ ਆਪਣੇ ਲੋਕਾਂ ਨੂੰ ਕੀ ਕਰਦਾ? ਆਰਾਮ ਦਿੰਦਾ, ਉਹਨਾਂ ਨੂੰ ਪਿਆਰ ਕਰਦਾ। ਉਹਨਾਂ ਨੂੰ ਪਤਾ ਇਹਨਾਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ। ਉਹ ਥੋੜ੍ਹੀ ਮਿਹਨਤ ਦੇ ਵਿੱਚ ਉਹਨਾਂ ਦੇ ਬਰਕਤ ਪਾਉਂਦਾ, ਉਹਨਾਂ ਨੂੰ ਆਰਾਮ ਦਿੰਦਾ, ਉਹਨਾਂ ਨੂੰ ਪਿਆਰ ਕਰਦਾ ਵਾ। ਪਰਮੇਸ਼ਰ ਇਹੋ ਜਿਹਾ ਪਰਮੇਸ਼ਰ ਹੈ, ਉਹ ਇੱਕ ਪਲ ਵਿੱਚ ਹਰ ਇੱਕ ਚੀਜ਼ ਨੂੰ ਕਰਨ ਦੀ ਸਾਮਰਥ ਰੱਖਦਾ ਵਾ। ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਗਵਾਹੀ ਵੀ ਸ਼ੇਅਰ ਕਰਦਾ ਵਾਂ ਕਿ ਇਹ ਮੇਰੀ ਜੀਵਨ ਦੀ ਗਵਾਹੀ ਆ। ਮੈਂ ਕੰਮ 'ਤੇ ਜਾਂਦਾ ਹੁੰਦਾ ਤਾਂ ਸਿਆਲਾਂ ਨੂੰ ਕੰਮ ਨਹੀਂ ਹੁੰਦਾ ਸੀ ਮੇਰੇ ਤੋਂ, ਵਿੰਟਰ ਟਾਈਮ ਤਾਂ ਮੈਂ ਹਟ ਜਾਂਦਾ ਹੁੰਦਾ ਸੀ ਕੰਮ ਤੋਂ। ਅਤੇ ਪਰ ਹਟਣ ਦੇ ਬਾਵਜੂਦ ਵੀ 2 ਸਾਲ ਮੈਂ ਇੱਦਾਂ ਲਗਾਤਾਰ 2-3 ਸਾਲ ਮੈਂ ਸਮਰ ਟਾਈਮ, ਗਰਮੀਆਂ ਦੇ ਟਾਈਮ ਕੰਮ ਹੋਣਾ ਅਤੇ ਸਿਆਲਾਂ ਨੂੰ ਨਹੀਂ ਹੁੰਦਾ ਸੀ। ਅਤੇ ਪਰ ਜਦੋਂ ਲਾਸਟ 2-3 ਸਾਲ ਬਾਅਦ ਵਿੱਚ ਫਿਰ ਜਦੋਂ ਮੈਂ ਫਿਰ ਦੁਬਾਰਾ ਕੰਮ 'ਤੇ ਗਿਆ, ਸਾਲ ਬਾਏ ਸਾਲ ਜਾਂਦਾ ਸੀ, ਪਰ ਜਦੋਂ ਲਾਸਟ ਸਾਲ ਵਿੱਚ ਗਿਆ ਤਾਂ ਉੱਥੇ ਜਿਹੜੇ ਮੇਰੇ ਨਾਲ ਕੰਮ ਕਰਦੇ ਸੀਗੇ ਅਤੇ ਉਹ ਫਿਰ ਉਹਨਾਂ ਨੇ ਉਹ ਮੇਰੇ ਜਾਣ ਤੋਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਵੀ ਕੁਲਦੀਪ ਦੇਖੋ ਕੰਮ ਤੋਂ ਹਟ ਵੀ ਜਾਂਦਾ, 4-5 ਮਹੀਨੇ ਘਰੇ ਰਹਿੰਦਾ ਹੈ ਨਾ, ਉਹ ਬਰਸੋਹਣਾ ਵਾ, ਉਹਨੂੰ ਰੱਬ ਖਾਣ ਨੂੰ ਵੀ ਫੂਡ ਵੀ ਦੇਈ ਜਾਂਦਾ ਵਾ ਅਤੇ ਸਾਰੇ ਉਹਦੇ ਖਰਚੇ ਵੀ ਚੱਕੀ ਜਾਂਦਾ, ਕਿੱਦਾਂ ਚੱਲਦਾ? ਅਸੀਂ ਕੰਮ ਵੀ ਕਰੀ ਜਾਂਦੇ ਹਾਂ ਤਾਂ ਵੀ ਇੱਦਾਂ ਹੀ ਆ ਅਤੇ ਕੋਈ ਨਹੀਂ, ਪੈਸੇ ਵੀ ਨਹੀਂ ਜੁੜਦੇ ਹੈ ਨਾ। ਅਤੇ ਕਿਉਂਕਿ ਮੈਂ ਪਰਮੇਸ਼ਰ ਦੇ ਵਿੱਚ ਸੀ, ਮੈਂ ਪਰਮੇਸ਼ਰ ਦਾ 10ਵਾਂ ਹਿੱਸਾ ਕੱਢਦਾ ਸੀਗਾ। ਜੇ ਕੱਢਦੇ ਹਾਂ ਪਰਮੇਸ਼ਰ ਬਰਕਤ ਦਿੰਦਾ। ਉਹ ਆਪਣੇ ਲੋਕਾਂ ਦੀਆਂ ਤਮਾਮ ਜ਼ਰੂਰਤਾਂ, ਆਪਣੇ ਧੀਆਂ ਪੁੱਤਰਾਂ ਦਾ ਖਾਸ ਖਿਆਲ ਰੱਖਦਾ ਵਾ। ਫਿਰ ਪਰਮੇਸ਼ਰ ਨੇ ਸਾਨੂੰ ਲਾਸਟ ਈਅਰ ਵਿੱਚ ਇੱਕ ਵੱਡੀ ਗੱਡੀ ਵੀ ਲੈ ਕੇ ਦਿੱਤੀ ਆ। ਪਹਿਲਾਂ ਇੱਕ ਕਾਰ ਲਈ ਸੀ ਨਵੀਂ, ਉਹ ਵੀ ਪਰਮੇਸ਼ਰ ਨੇ ਲੈ ਕੇ ਦਿੱਤੀ ਸੀ। ਫਿਰ ਹੁਣ ਇੱਕ ਬਾਅਦ ਵਿੱਚ ਇੱਕ ਹੋਰ ਵੱਡੀ ਗੱਡੀ ਲਈ ਆ, ਉਹ ਵੀ ਪਰਮੇਸ਼ਰ ਨੇ ਲੈ ਕੇ ਦਿੱਤੀ। ਬਲਕਿ ਨਾ ਜਾਂਦੇ ਹੋਏ ਕੰਮ ਦੇ ਉੱਤੇ ਵੀ ਪਰਮੇਸ਼ਰ ਨੇ ਸਾਨੂੰ ਉਹ ਗੱਡੀ ਲੈ ਕੇ ਦਿੱਤੀ। ਦੇਖੋ ਪਰਮੇਸ਼ਰ ਕਿੰਨੀ ਸਾਮਰਥ ਰੱਖਦਾ। ਉਸ ਨੂੰ ਪਤਾ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ, ਤਾਂ ਪਰਮੇਸ਼ਰ ਦੇ ਦੁਆਰਾ ਜੇ ਤੁਸੀਂ ਚੀਜ਼ ਮੰਗਦੇ ਆ ਤਾਂ ਉਹ ਪਰਮੇਸ਼ਰ ਦਿੰਦਾ ਹੈ। ਉਹਨਾਂ ਨੂੰ ਪਤਾ ਹੈ ਪਰਮੇਸ਼ਰ ਨੂੰ ਇਹਨਾਂ ਨੂੰ ਆਹ ਚੀਜ਼ ਦੀ ਲੋੜ ਆ। ਹਾਲੇਲੂਇਆ। ਫਿਰ ਉਹਨਾਂ ਨੂੰ ਜਦੋਂ ਉੱਥੇ ਮੈਂ ਕੰਮ 'ਤੇ ਗਿਆ, ਉਹਨਾਂ ਨੂੰ ਦੱਸਿਆ ਤਾਂ ਹੈਰਾਨ ਰਹਿ ਗਏ ਕਿ ਇਹਨੇ ਤਾਂ ਕੰਮ 'ਤੇ ਵੀ ਨਹੀਂ ਆਉਂਦਾ ਸੀ ਤਾਂ ਇਹਨੇ ਤਾਂ ਗੱਡੀ ਵੀ ਲੈ ਲਈ, ਵੀ ਦੇਖ ਇਹਦੀ ਕਿੱਦਾਂ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਆ, ਉਹ ਸਭ ਕੁਝ ਕਰਨ ਦੀ ਸਾਮਰਥ ਰੱਖਦਾ। ਜੇ ਮੈਂ ਕੰਮ 'ਤੇ ਨਹੀਂ ਵੀ ਆਉਂਦਾ ਸੀ, ਉਹ ਮੇਰਾ ਖਰਚਾ ਪੂਰਾ ਕਰਦਾ ਸੀ, ਉਹ ਸਭ ਕੁਝ ਕਰਦਾ ਸੀ। ਉਹਨੇ ਮੈਨੂੰ ਸੰਭਾਲ ਕੇ ਰੱਖਿਆ, ਮੇਰੇ ਪਰਿਵਾਰ ਵਿੱਚ, ਮੇਰੀ ਫੈਮਿਲੀ ਵਿੱਚ। ਮੈਨੂੰ ਬੱਚੇ ਵੀ ਦਿੱਤੇ ਆ ਪਰਮੇਸ਼ਰ ਨੇ, ਗਰਭ ਦਾ ਫਲ ਜੋ ਸੱਚਮੁੱਚ ਇੱਕ ਨਾਮ ਜੋ ਫਾਲਿਆ ਵਚਨਾਂ ਦੁਆਰਾ। ਮੇਰੀ ਇੱਕ ਬੇਟੀ ਆ, ਤੁਸੀਂ ਦੇਖਿਆ ਹੋਣਾ ਵਾ ਗਵਾਹੀ ਵਿੱਚ ਵੀ, ਇੱਕ ਮੇਰਾ ਬੇਟਾ ਆ। ਦੇਖ ਪਰਮੇਸ਼ਰ ਨੇ ਸਾਨੂੰ ਸਾਰੀਆਂ ਬਰਕਤਾਂ ਦਿੱਤੀਆਂ ਆਪਣੇ ਵਚਨਾਂ ਅਨੁਸਾਰ। ਅਸੀਂ ਪ੍ਰਾਰਥਨਾ ਕਰਦੇ ਸੀ, ਜੋ ਬੱਚੇ ਵੀ ਮੰਗੇ ਉਹ ਪਰਮੇਸ਼ਰ ਦੇ ਵੱਲੋਂ ਹੀ ਮੰਗੇ ਆ, ਕਿਉਂਕਿ ਬੱਚੇ ਯਹੋਵਾ ਦਾ ਵਰਦਾਨ ਆ। ਗਰਭ ਦਾ ਫਲ ਸੱਚਮੁੱਚ ਇੱਕ ਇਨਾਮ ਆ। ਪ੍ਰਾਰਥਨਾ ਕਰਦੇ ਰਹੋ, ਪਰਮੇਸ਼ਰ ਤੋਂ ਮੰਗੋ, ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਲੱਭੋਗੇ ਤਾਂ ਤੁਹਾਨੂੰ ਮਿਲੇਗਾ, ਖੜਕਾਓਗੇ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਤੁਹਾਡੇ ਵਿਸ਼ਵਾਸ ਅਨੁਸਾਰ ਪਰਮੇਸ਼ਰ ਤੁਹਾਡੇ ਲਈ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਵਾ। ਹਾਲੇਲੂਇਆ। ਅਗਲੀ ਵਰਤ ਵਿੱਚ ਇਹ ਲਿਖਿਆ ਆ, ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇੱਕ ਇਨਾਮ ਆ। ਦੇਖੋ ਕਿੰਨਾ ਸੋਹਣਾ ਲਿਖਿਆ, ਜਿਹੜੇ ਬੱਚੇ ਆ ਪ੍ਰਭੂ ਦਾ ਵਰਦਾਨ ਆ। ਮੈਂ ਹੁਣੇ ਪਹਿਲਾਂ ਬੱਚਿਆਂ ਦੇ ਬਾਰੇ ਹੀ ਗੱਲ ਕਰ ਰਿਹਾ ਸੀ ਅਤੇ ਹੁਣੇ ਹੀ ਅਗਲੀ ਵਰਸ ਬੱਚਿਆਂ ਦੇ ਬਾਰੇ ਲਿਖੀ ਹੋਈ ਆ, ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇੱਕ ਇਨਾਮ ਆ।
ਜਿਹੜੇ ਬੱਚੇ ਆ ਉਹ ਪਰਮੇਸ਼ਰ ਦੇ ਵੱਲੋਂ ਆ। ਇਨਸਾਨ ਦੇ ਹੱਥ ਵੱਸ ਕੁਛ ਨਹੀਂ ਕਿ ਉਹ ਬੱਚਿਆਂ ਨੂੰ ਪੈਦਾ ਕਰ ਸਕੇ। ਇਹ ਪਰਮੇਸ਼ਵਰ ਦੀ ਦੇਣ ਆ। ਇੱਕ ਔਰਤ ਨੂੰ ਪਰਮੇਸ਼ਰ ਨੇ ਫਲ ਦਿੱਤਾ ਹੈ, ਗਰਭਦਾਇਕ ਜੋ ਫਲ ਆ, ਇੱਕ ਇਨਾਮ ਆ, ਉਹ ਬੱਚਿਆਂ ਦੇ ਤੌਰ ਤੇ ਦਿੱਤਾ ਹੈ। ਗਰਭ ਦਾ ਫਲ ਸੱਚਮੁੱਚ ਇੱਕ, ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇੱਕ ਇਨਾਮ ਆ। ਇਹ ਯਹੋਵਾ ਦੇ ਵੱਲੋਂ ਮਿਲਿਆ ਹੋਇਆ ਆ, ਜਿਸ ਨੂੰ ਕੋਈ ਰੋਕ ਨਹੀਂ ਸਕਦਾ। ਜਿਹੜੀ ਚੀਜ਼ ਯਹੋਵਾ ਵੱਲੋਂ ਆ ਉਸ ਨੂੰ ਕੋਈ ਰੋਕ ਨਹੀਂ ਸਕਦਾ ਤੇ ਨਾ ਹੀ ਕੋਈ ਟਾਲ ਸਕਦਾ ਵਾ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਜੀ ਦਾ ਪਹਿਲਾਂ ਹੀ ਠਹਿਰਾਇਆ ਹੋਇਆ ਸੀ ਕਿ ਉਹ ਇੱਕ ਔਰਤ ਦੇ ਕੁੱਖ ਵਿੱਚੋਂ, ਕੁਆਰੀ ਔਰਤ ਜੋ ਦੀ ਸ਼ਾਦੀ ਨਹੀਂ ਹੋਈ ਹੋਊਗੀ, ਉਹ ਪਵਿੱਤਰ ਸੀ, ਮਰੀਅਮ, ਜਿਸ ਨੂੰ ਪਰਮੇਸ਼ਰ ਨੇ ਚੁਣਿਆ ਤੇ ਯਿਸੂ ਮਸੀਹ ਨੂੰ ਪਵਿੱਤਰ ਆਤਮਾ ਦੇ ਦੁਆਰਾ ਇਸ ਸੰਸਾਰ ਦੇ ਵਿੱਚ ਭੇਜਿਆ। ਪਿਤਾ ਨੇ ਇੰਨਾ ਪਿਆਰ ਕੀਤਾ ਜਗਤ ਨੂੰ ਕਿ ਆਪਣਾ ਇਕਲੌਤਾ ਪੁੱਤਰ ਹੀ ਕੁਰਬਾਨ ਕਰ ਦਿੱਤਾ। ਹਾਲੇਲੂਇਆ। ਉਸ ਦੇ ਦੁਆਰਾ ਸਭ ਕੁਝ ਉਤਪੰਨ ਹੋਇਆ, ਸਭ ਕੁਝ ਉਸੇ ਦੇ ਦੁਆਰਾ ਖੁੱਲਿਆ ਆ ਜੋ ਪਰਮੇਸ਼ਰ ਨੇ ਸਾਡੇ ਲਈ ਦਇਆ ਕੀਤੀ ਹੈ। ਹਾਲੇਲੂਇਆ। ਤੇ ਅੱਗੇ ਵਰਸ ਵਿੱਚ ਲਿਖਿਆ, ਮਨੁੱਖ ਦੀ ਜਵਾਨੀ ਦੇ ਬੱਚੇ ਸੂਰਮੇ ਦੇ ਤੀਰਾਂ ਵਰਗੇ ਹਨ। ਦੇਖੋ ਕਿ ਜਿਹੜਾ ਮਨੁੱਖ ਹੈ ਉਹਦੀ ਜਿਹੜੀ ਜਵਾਨੀ ਦੇ ਬੱਚੇ ਹੁੰਦੇ ਆ, ਉਹਦਾ ਸੂਰਮੇ ਦੇ ਤੀਰ ਹੁੰਦੇ ਹਨ, ਉਹਨਾਂ ਦੇ ਤੀਰਾਂ ਵਾਂਗੂ ਹੁੰਦੇ ਹਨ। ਹਾਲੇਲੂਇਆ। ਤੇ ਧੰਨ ਉਹ ਮਨੁੱਖ ਆ ਜਿਨ੍ਹਾਂ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਆ। ਆਮੀਨ। ਜਿਨ੍ਹਾਂ ਦਾ ਉਹਨਾਂ ਦੇ ਨਾਲ ਵਿਹੜਾ ਲਾ ਲਓ, ਆਪਣਾ ਘਰ, ਆਪਣੀ ਜਿਹੜਾ ਸਰੀਰ ਆ, ਆਪਣੇ ਬੱਚਿਆਂ ਨਾਲ, ਪਰਿਵਾਰ ਨਾਲ ਜਿਹੜਾ ਭਰਿਆ ਹੋਇਆ ਆ। ਹਾਲੇਲੂਇਆ। ਉਹਨਾਂ ਨੂੰ ਆਪਣੇ ਵੈਰੀਆਂ ਨੂੰ, ਅਗਲੀ ਵਰਸ ਵਿੱਚ ਲਿਖਿਆ ਨਾਲ ਹੀ, ਉਹਨਾਂ ਨੂੰ ਆਪਣੇ ਵੈਰੀਆਂ ਨੂੰ ਮਿਲਣ ਦੇ ਸਮੇਂ ਕਦੇ ਵੀ ਸ਼ਰਮਿੰਦਿਆ ਨਹੀਂ ਹੋਣਾ ਪਵੇਗਾ। ਹਾਲੇਲੂਇਆ। ਪੁਰਾਣੇ ਸਮੇਂ ਦੇ ਵਿੱਚ ਜਦੋਂ ਇੱਕ ਕੋਈ ਰਾਜਾ ਹੁੰਦਾ ਸੀ ਤਾਂ ਉਹਦੀ ਰਾਜਗੱਦੀ ਤੋਂ ਬਾਅਦ ਵਿੱਚ ਇੱਦਾਂ ਦੇਖਿਆ ਤਾਂ ਫਿਰ ਉਹ ਰਾਜਾ ਹੀ ਰਾਜ ਕਰਦਾ ਸੀ। ਹੁਣ ਤੱਕ ਇਲੈਕਸ਼ਨਾਂ ਚੱਲਦੀਆਂ ਵਾ, ਵੋਟਾਂ ਪੈਂਦੀਆਂ ਚੁਣਦੇ, ਪਹਿਲਾਂ ਜਦੋਂ ਇੱਕ ਰਾਜਾ ਹੁੰਦਾ ਸੀ ਉਹਦਾ ਇੱਕ ਗਾਂ ਜਦੋਂ ਬੇਟਾ ਹੁੰਦਾ ਸੀ ਫਿਰ ਉਹ ਰਾਜਗੱਦੀ 'ਤੇ ਉਹੀ ਬੈਠਦਾ ਸੀਗਾ। ਹਾਲੇਲੂਇਆ। ਤੇ ਉਸ ਸਮੇਂ ਵਿੱਚ ਇੱਕ ਰਾਜਾ ਦਾ ਜਿਹੜਾ ਪੁੱਤਰ ਹੋਣਾ ਉਹ ਬਹੁਤ ਜ਼ਰੂਰੀ ਹੁੰਦਾ ਸੀ, ਕਿਉਂਕਿ ਉਸ ਰਾਜ ਨੂੰ ਸੰਭਾਲਣ ਵਾਲਾ ਹੁੰਦਾ ਸੀਗਾ। ਹਾਲੇਲੂਇਆ। ਇਸ ਵਚਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਪਰਮੇਸ਼ਰ ਨੇ ਇਨਸਾਨ ਨੂੰ ਬਰਕਤ ਦਿੱਤੀ ਆ, ਬਲੈਸ ਕੀਤਾ ਆ। ਇਹ ਵਚਨਾਂ ਨੂੰ ਜੇ ਤੁਸੀਂ ਧਿਆਨ ਨਾਲ ਪੜ੍ਹੋਗੇ ਤਾਂ ਤੁਹਾਨੂੰ ਰੱਬ ਸਮਝ ਦਊਗਾ ਕਿ ਇਸ ਵਚਨਾਂ ਵਿੱਚ ਜੋ ਲਿਖਿਆ ਹੋਇਆ, ਧੰਨ ਉਹ ਮਨੁੱਖ ਹੈ ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ, ਉਹਨਾਂ ਨੂੰ ਆਪਣੇ ਵੈਰੀਆਂ ਨੂੰ ਮਿਲਣ ਦੇ ਸਮੇਂ ਕਦੀ ਸ਼ਰਮਿੰਦਿਆ ਨਹੀਂ ਹੋਣਾ ਪਵੇਗਾ। ਹਾਲੇਲੂਇਆ। ਇਹ ਵਚਨ ਤੁਸੀਂ ਧਿਆਨ ਨਾਲ ਪੜ੍ਹਨਾ, ਬਾਅਦ ਵਿੱਚ ਵੀ, ਤੇ ਗੌਰ ਕਰਨਾ ਕਿ ਪਰਮੇਸ਼ਰ ਇਹ ਵਚਨਾਂ ਦੇ ਵਿੱਚ ਕੀ ਦੱਸ ਰਹੇ ਆ, ਕੀ ਗੱਲ ਕਰ ਰਹੇ। ਜੋ ਤੁਸੀਂ ਧਿਆਨ ਨਾਲ ਪੜ੍ਹੋਗੇ, ਪਰਮੇਸ਼ਰ ਦੇ ਕੋਲੋਂ ਸਮਝ ਮੰਗੋਗੇ, ਬੁੱਧ ਮੰਗੋਗੇ, ਤਾਂ ਪਰਮੇਸ਼ਰ ਤੁਹਾਡੇ ਨਾਲ ਇਹਨਾਂ ਵਚਨਾਂ ਦੁਆਰਾ ਗੱਲ ਕਰੂਗਾ। ਤੁਸੀਂ ਜਾਣ ਸਕੋਗੇ ਕਿ ਪਰਮੇਸ਼ਰ ਨੇ ਇਹਨਾਂ ਵਚਨਾਂ ਦੇ ਦੁਆਰਾ ਕੀ ਦੱਸਿਆ। ਦੇਖੋ, ਇਸ ਵਚਨਾਂ ਦੇ ਦੁਆਰਾ ਪਰਮੇਸ਼ਰ ਨੇ ਸਭ ਕੁਝ ਦੱਸਿਆ। ਜੇਕਰ ਪ੍ਰਭੂ ਘਰ ਨਾ ਬਣਾਏ ਤਾਂ ਮਜ਼ਦੂਰਾਂ ਨੂੰ ਬਣਾਉਣ ਦੀ ਮਿਹਨਤ ਵਿਅਰਥ ਹੈ। ਜੇਕਰ ਪ੍ਰਭੂ ਸ਼ਹਿਰ ਦੀ ਰਖਵਾਲੀ ਨਾ ਕਰੇ ਤਾਂ ਚੌਕੀਦਾਰ ਦਾ ਜਾਗਣਾ ਵਿਅਰਥ ਹੈ। ਰੋਟੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਨਾ ਵਿਅਰਥ ਹੈ, ਕਿਉਂਕਿ ਪ੍ਰਭੂ ਆਪਣੇ ਪਿਆਰ ਕਰਨ ਵਾਲਿਆਂ ਨੂੰ ਆਰਾਮ ਦਿੰਦਾ ਹੈ। ਬੱਚੇ ਪ੍ਰਭੂ ਦਾ ਵਰਦਾਨ ਹਨ, ਗਰਭ ਦਾ ਫਲ ਸੱਚਮੁੱਚ ਇੱਕ ਇਨਾਮ ਆ। ਮਨੁੱਖ ਦੀ ਜਵਾਨੀ ਦੇ ਬੱਚੇ ਸੂਰਮੇ ਦੇ ਤੀਰਾਂ ਵਰਗੇ ਹਨ। ਧੰਨ ਉਹ ਮਨੁੱਖ ਹੈ ਜਿਸ ਦਾ ਤਰਕਸ ਉਹਨਾਂ ਨਾਲ ਭਰਿਆ ਹੋਇਆ ਆ। ਆਮੀਨ। ਬਹੁਤ ਸੋਹਣੀ ਵਰਸ ਲਿਖੀਆਂ ਹੋਈਆਂ, ਵੱਖਰੀ ਵੱਖਰੀ ਵਰਸ, ਜਿਹੜੀ ਕੱਲੀ ਕੱਲੀ ਵਰਸ ਦਾ ਵੱਖਰਾ ਵੱਖਰਾ ਮਤਲਬ, ਹਰੇਕ ਚੀਜ਼ ਦਾ ਵੱਖਰਾ ਵੱਖਰਾ ਪਰਮੇਸ਼ਰ ਨੇ ਕਰਕੇ ਦੱਸਿਆ, ਕਿਸ ਤਰ੍ਹਾਂ ਉਹ ਰੱਖਿਆ ਕਰਦਾ, ਸੰਭਾਲਦਾ। ਸਭ ਜਣ ਪ੍ਰਾਰਥਨਾ ਕਰਨੀ ਹੈ ਸਾਰਿਆਂ ਨੇ ਕਿ ਹੇ ਪਰਮੇਸ਼ਰ, ਇਹ ਦੁਨੀਆ 'ਤੇ ਦਇਆ ਕਰ, ਇਹ ਦੁਨੀਆ 'ਤੇ ਦਇਆ ਕਰ। ਜੋ ਇਹ ਟਾਈਮ ਚੱਲ ਰਿਹਾ, ਪ੍ਰਾਰਥਨਾ ਕਰਨੀ ਆ, ਪਰਮੇਸ਼ਰ ਦਇਆ ਕਰ, ਅਤੇ ਪ੍ਰਾਰਥਨਾ ਕਰਨੀ ਆ ਯਿਸੂ ਮਸੀਹ ਦੇ ਅੱਗੇ ਪ੍ਰਾਰਥਨਾ ਕਰਨੀ, ਅਤੇ ਪਰਮੇਸ਼ਰ ਆਪਣੇ ਧੀਆਂ ਅਤੇ ਪੁੱਤਰਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ। ਪ੍ਰਾਰਥਨਾ ਕਰਨੀ ਜੋ ਇਸ ਟਾਈਮ ਦੁੱਖ, ਤਕਲੀਫ ਅਤੇ ਪੀੜਾ ਦੇ ਵਿੱਚ ਆ, ਪਰਮੇਸ਼ਰ ਉਹਨਾਂ ਨੂੰ ਨਵਾਂ ਜੀਵਨ ਦੇ, ਕਿਉਂਕਿ ਸਾਨੂੰ ਪਰਮੇਸ਼ਰ ਨੇ ਸੰਭਾਲ ਕੇ ਰੱਖਿਆ। ਸਾਡਾ ਕੰਮ ਪ੍ਰਾਰਥਨਾ ਕਰਨਾ, ਪਰਮੇਸ਼ਰ ਦੀ ਮਹਿਮਾ ਕਰਨਾ, ਉਸ ਦੀ ਵਡਿਆਈ ਕਰਨਾ, ਹਮੇਸ਼ਾ ਕਰਦੇ ਰਹਿਣਾ। ਜੋ ਇਸ ਟਾਈਮ ਦੁੱਖ ਤਕਲੀਫਾਂ ਦੇ ਵਿੱਚ ਜੋ ਮਰੀਜ਼ ਆ ਉਹਨਾਂ ਨੂੰ ਸੰਭਾਲ ਰਿਹਾ, ਡਾਕਟਰ, ਨਰਸਾਂ, ਉਹਨਾਂ ਲਈ ਪ੍ਰਾਰਥਨਾ ਕਰੋ। ਜਿੰਨੇ ਵੀ ਇਸ ਟੇਕ ਕੇਅਰ ਵਿੱਚ ਲੱਗੇ ਉਹਨਾਂ ਲਈ ਪ੍ਰਾਰਥਨਾ ਕਰੋ, ਕਿਉਂਕਿ ਉਹ ਬਿਮਾਰ ਨਾ ਹੋਣ, ਕਿਉਂਕਿ ਸਮਾਂ ਹੀ ਇਹੋ ਜਿਹਾ ਵਾ। ਜੇ ਪਰਮੇਸ਼ਰ ਦੀ ਦਇਆ ਅਸੀਂ ਨਹੀਂ ਮੰਗਦੇ ਤੇ ਉਸ ਦੀ ਦਇਆ ਤੋਂ ਬਿਨਾਂ ਸਭ ਕੁਝ ਅਧੂਰਾ ਆ। ਪਰਮੇਸ਼ਰ ਦੀ ਦਇਆ ਮੰਗੋ ਤਾਂ ਕਿ ਉਹ ਪੂਰੀ ਦੁਨੀਆ 'ਤੇ ਦਇਆ ਕਰੇ ਤੇ ਸਭ ਕੁਝ ਪਹਿਲਾਂ ਵਾਂਗੂ ਮਾਹੌਲ ਹੋਵੇ। ਇਹ ਜੋ ਲੋਕਡਾਊਨ ਆ, ਪਰਮੇਸ਼ਰ ਨਾਮ ਦੇ ਵਿੱਚ ਖੁੱਲ੍ਹ ਜਾਵੇ, ਬਿਜ਼ਨਸ ਚੱਲਣ, ਪਲੇਨ ਆਉਣ ਜਾਣ, ਲੋਕੀ
ਬਿਜ਼ਨਸ ਕਰਨ, ਕੰਟਰੀਆਂ ਫਿਰ ਬਲੈਸ ਹੋਣ, ਉਹ ਬਿਜ਼ਨਸ ਕਰਨ, ਆਸ਼ੀਸ਼ ਵਾਲੀਆਂ ਹੋਣ, ਬਰਕਤ ਵਾਲੀਆਂ ਹੋਣ। ਹਰ ਇੱਕ ਜੋ ਜਾਣਿਆ ਆਪਣੇ ਦੇਸ਼ ਲਈ, ਆਪਣੇ ਸ਼ਹਿਰ ਲਈ, ਆਪਣੇ ਨਗਰ ਲਈ ਪ੍ਰਾਰਥਨਾ ਕਰੇ, ਪੂਰੀ ਦੁਨੀਆ ਲਈ ਪ੍ਰਾਰਥਨਾ ਕਰੋ, ਸਭ ਜਣ ਇਕੱਠੇ ਹੋ ਕੇ। ਜਦੋਂ ਤੁਸੀਂ ਘਰ ਵਿੱਚ ਬੈਠਦੇ ਆ, ਪ੍ਰਾਰਥਨਾ ਕਰਦੇ ਆ, ਤਾਂ ਪਰਮੇਸ਼ਰ ਸੁਣਦਾ ਹੈ। ਜਦੋਂ ਸਭ ਜਣੇ ਪ੍ਰਾਰਥਨਾ ਕਰਦੇ ਆ ਤਾਂ ਪਰਮੇਸ਼ਰ ਨੂੰ ਪਤਾ ਆ ਪੂਰੇ ਸੰਸਾਰ ਵਿੱਚ ਕਿੰਨੇ ਪ੍ਰਾਰਥਨਾ ਕਰ ਰਿਹਾ ਤੇ ਕਿਹੜੇ ਕੀ ਕੰਮ ਕਰ ਰਿਹਾ, ਕਿਉਂਕਿ ਪਰਮੇਸ਼ਰ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਆ। ਪਰ ਜਿੰਨੇ ਮੇਰੇ ਭੈਣ ਭਰਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦੇ ਆ, ਕਿ ਉਹਨਾਂ ਨੂੰ ਪਤਾ ਆ ਕਿ ਪਰਮੇਸ਼ਰ ਸਭ ਕੁਝ ਕਰਨ ਦੀ ਸਾਮਰਥ ਰੱਖਦਾ। ਤੁਸੀਂ ਪ੍ਰਾਰਥਨਾ ਕਰੋ, ਉਸ ਦੀ ਵਡਿਆਈ ਕਰੋ, ਪਰਮੇਸ਼ਰ ਦੇ ਕੋਲੋਂ ਦਇਆ ਮੰਗੋ, ਤਾਂ ਕਿ ਪਰਮੇਸ਼ਰ ਦਇਆ ਕਰੇ ਅਤੇ ਆਉਣ ਵਾਲਾ ਸਮਾਂ ਖੁਸ਼ੀ ਵਾਲਾ, ਆਸ਼ੀਸ਼ ਵਾਲਾ ਅਤੇ ਬਰਕਤ ਵਾਲਾ ਹੋਵੇ, ਅਤੇ ਆਪਾਂ ਫਿਰ ਇਕੱਠੇ ਹੋ ਕੇ ਸਭ ਆਰਾਧਨਾ ਕਰੀਏ, ਉਹਦੀ ਮਹਿਮਾ ਕਰੀਏ, ਉਹਦੀ ਬੰਦਗੀ ਕਰੀਏ, ਪਰਮੇਸ਼ਰ ਦੀਆਂ ਵੱਡੀਆਂ ਵੱਡੀਆਂ ਗਵਾਹੀਆਂ ਪੈਦਾ ਹੋਣ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ, ਬਰਕਤ ਦੇਵੇ। ਸਭ ਜਣ ਆਪਣੀਆਂ ਅੱਖਾਂ ਨੂੰ ਬੰਦ ਕਰੋ। ਮੈਂ ਤੁਹਾਡੇ ਲਾਸਟ ਪ੍ਰਾਰਥਨਾ ਕਰਾਂਗਾ। ਤੁਸੀਂ ਆਸ਼ੀਸ਼ ਵਾਲੇ ਹੋਵੋਗੇ, ਬਰਕਤ ਵਾਲੇ ਹੋਵੋਗੇ। ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ। ਹਾਲੇਲੂਇਆ। ਹੇ ਸਵਰਗੀ ਪਿਤਾ ਪਰਮੇਸ਼ਵਰ, ਅੱਜ ਦਾ ਵਚਨ ਜੋ ਸੁਣਾਇਆ ਗਿਆ ਵਾ 100 ਗੁਣਾ ਫਲ ਲੈ ਕੇ ਆਵੇ ਮੇਰੇ ਬਿਨਾਂ ਭੈਣਾਂ ਭਰਾਵਾਂ ਦੇ ਜੀਵਨਾਂ ਵਿੱਚ। ਇਹਨਾਂ ਨੂੰ ਆਸ਼ੀਸ਼ ਤੇ ਬਰਕਤ ਦੇਣਾ, ਬਲੈਸ ਕਰਨਾ। ਬਿਮਾਰੀ ਵਾਲੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਚੰਗੇ ਹੋ ਜਾਣ। ਇਸ ਬਿਮਾਰੀ ਦੇ ਵਿੱਚ, ਮਹਾਂਮਾਰੀ ਦੇ ਵਿੱਚ ਜਕੜੇ ਹੋਏ ਬਿਮਾਰ ਚੰਗੇ ਹੋ ਜਾਣ। ਹੇ ਪਿਤਾ, ਜੋ ਪੁਕਾਰ ਰਹੇ ਨੇ ਕਿ ਹੇ ਪਿਤਾ ਸਾਨੂੰ ਬਚਾ, ਸਾਨੂੰ ਬਚਾ, ਮੈਂ ਪ੍ਰਾਰਥਨਾ ਕਰਦਾ ਯਿਸੂ ਮਸੀਹ ਦੇ ਨਾਮ ਵਿੱਚ ਉਹ ਚੰਗੇ ਹੋ ਜਾਣ। ਯਿਸੂ ਮਸੀਹ ਦੇ ਨਾਮ ਦੇ ਵਿੱਚ ਹੱਡੀਆਂ ਦੇ ਰੋਗੀ ਚੰਗੇ ਹੋ ਜਾਣ, ਹੱਡੀਆਂ ਦੇ ਰੋਗੀ ਚੰਗੇ ਹੋ ਜਾਣ। ਜਿਨ੍ਹਾਂ ਦੇ ਲੱਕ ਬੈਕ ਪੇਨ ਆ, ਪ੍ਰਭੂ ਯਿਸੂ ਮਸੀਹ ਨਾਮ ਵਿੱਚ ਆਪਣੇ ਬੈਕ ਪੇਨ ਤੇ ਹੱਥ ਰੱਖੋ। ਪਰਮੇਸ਼ਰ ਤੁਹਾਨੂੰ ਚੰਗਾ ਕਰੂਗਾ, ਬਲੈਸ ਕਰੂਗਾ। ਹਾਲੇਲੂਇਆ। ਬਲੈਸ ਕਰੂਗਾ। ਤੁਹਾਡੇ ਪਰਿਵਾਰ ਜੁੜਨਗੇ ਪਰਮੇਸ਼ਰ ਵਿੱਚ, ਯਿਸੂ ਮਸੀਹ ਨਾਮ ਵਿੱਚ। ਤੁਸੀਂ ਖੁਸ਼ ਹੋਵੋਗੇ। ਤੁਸੀਂ ਆਪਣੇ ਬੱਚਿਆਂ ਵਿੱਚ, ਆਪਣੀਆਂ ਫੈਮਲੀਆਂ ਵਿੱਚ ਖੁਸ਼ ਹੋਵੋਗੇ। ਜਿਨ੍ਹਾਂ ਦੀਆਂ ਮੈਂ ਪ੍ਰਾਰਥਨਾ ਕਰਦਾ ਕੁੱਖਾਂ ਬੰਦ ਨੇ, ਮੈਂ ਪ੍ਰਾਰਥਨਾ ਕਰਦਾ ਹਰ ਇੱਕ ਕੁੱਖ, ਹਰ ਇੱਕ ਉਸ ਭੈਣ ਦੀ ਕੁੱਖ ਯਿਸੂ ਮਸੀਹ ਦੇ ਨਾਮ ਵਿੱਚ ਖੁੱਲ੍ਹ ਜਾਵੇ। ਅਤੇ ਜੋ ਕਰਬ ਦਾ ਫਲ ਸੱਚਮੁੱਚ ਕੇ ਨਾਮ ਜੋ ਫਾਲਿਆ, ਪਰਮੇਸ਼ਰ ਤੈਨੂੰ ਫਲ ਦੇਵੇ ਭੈਣ। ਹਾਲੇਲੂਇਆ। ਤੈਨੂੰ ਫਲ ਦੇਵੇ, ਫਲ ਦੇਵੇ, ਫਲ ਦੇਵੇ, ਤੈਨੂੰ ਬਰਕਤ ਦੇਵੇ, ਤੈਨੂੰ ਬਲੈਸ ਕਰੇ ਮੇਰਾ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਬਲੈਸ ਕਰ ਦੇਵਾਂ, ਬਲੈਸ ਕਰ ਦੇਵਾਂ। ਨਸ਼ਿਆਂ ਦੇ ਰੋਗੀ ਆਜ਼ਾਦ ਹੋ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ। ਨਸ਼ਿਆਂ ਦੇ ਰੋਗੀ ਆਜ਼ਾਦ ਹੋ ਜਾਣ। ਬਲੈਸਿੰਗ ਤੁਹਾਡਾ ਹਿੱਸਾ ਹੋਵੇਗੀ, ਬਰਕਤ ਤੁਹਾਡਾ ਹਿੱਸਾ ਹੋਵੇਗੀ। ਜਦੋਂ ਤੁਸੀਂ ਇਸ ਦੁੱਖ ਦੇ ਟਾਈਮ ਦੇ ਵਿੱਚੋਂ, ਇਸ ਸਮੇਂ ਦੇ ਵਿੱਚੋਂ ਬਾਹਰ ਨਿਕਲੋਗੇ, ਖੁਸ਼ ਹੋਵੋਗੇ, ਆਨੰਦਿਤ ਹੋਵੋਗੇ। ਰੌਸ਼ਨੀ ਤੁਹਾਡਾ ਹਿੱਸਾ ਹੋਵੇਗੀ, ਉਜਾਲਾ ਤੁਹਾਡਾ ਹਿੱਸਾ ਹੋਵੇਗੀ। ਤੁਸੀਂ ਬਰਕਤ ਵਾਲੇ ਹੋਵੋਗੇ। ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਜਾਓ, ਉਸ ਦੀ ਮਹਿਮਾ ਕਰਦੇ ਜਾਓ। ਤੁਸੀਂ ਬਰਕਤ ਵਾਲੇ ਹੋਵੋਗੇ। ਇਸ ਦੁਨੀਆ ਵਿੱਚ, ਇਸ ਸ਼ਹਿਰ ਵਿੱਚ, ਇਸ ਕੰਟਰੀ ਵਿੱਚ, ਪੂਰੇ ਸੰਸਾਰ ਵਿੱਚ ਤੁਸੀਂ ਬਰਕਤ ਵਾਲੇ ਹੋਵੋਗੇ। ਪਰਮੇਸ਼ਰ ਤੁਹਾਡੇ ਨਾਲ ਹਮੇਸ਼ਾ ਹੋਵੇਗਾ, ਤੁਹਾਨੂੰ ਆਸ਼ੀਸ਼ ਦੇਵੇਗਾ, ਬਰਕਤ ਦੇਵੇਗਾ, ਤੁਹਾਡੀ ਚੰਗਿਆਈ ਦੇਵੇਗਾ, ਤੁਹਾਡੀਆਂ ਤਮਾਮ ਜ਼ਰੂਰਤਾਂ ਨੂੰ ਪੂਰਾ ਕਰੇਗਾ। ਮੇਰਾ ਪਰਮੇਸ਼ਰ ਸਭ ਕੁਝ ਕਰਨ ਦੀ ਸਾਮਰਥ ਰੱਖਦਾ। ਮੈਂ ਪ੍ਰਭੂ ਯਿਸੂ ਮਸੀਹ ਦਾ ਦਾਸ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਬਲੈਸ ਕਰਦਾ ਵਾਂ, ਚੰਗਿਆਈ ਬੋਲਦਾ ਵਾਂ, ਬਰਕਤ ਬੋਲਦਾ ਵਾਂ। ਐਂਡ ਪ੍ਰਭੂ ਯਿਸੂ ਮਸੀਹ ਦੇ ਪਿਆਰੇ ਤੇ ਮਿੱਠੇ ਤੇ ਸਾਮਰਥੀ ਨਾਮ ਦੇ ਵਿੱਚ ਮੰਗ ਲੈਂਦੇ ਹਾਂ। ਆਮੀਨ, ਆਮੀਨ।